जेहा तू कराए तेहा हों करी बख्यान। परम सन्मान जोग जुगो जुग अटल तख्त चबर दे मालक गरीब नवाज सतगुरु धन धन साहिब श्री गुरु ग्रंथ साहिब जी महाराज जी दी पावन पवित्र हजूरी अंदर सुभाएमान सत संगी जनों, गुरु बख्शी फतेह बुलाओ आखो जी वाहिगुरु जी का खालसा वाहिगुरु जी की फतेह। धन गुरु नानक साहब सच्चे पातशाह महाराज भाई गुरदास जी के बचन ने, बाबा देखिया ध्यान धर जलती सब पृथ्वी दिस आई। बाजो गुरु गुबार है करदी सुनी लुकाई। बाबे भेख बनाया उदासी की रीत चलाई। चढ़िया सोधन धरत लुकाई। धरत लुकाई नूं सोध दियां भाव इन्हां नूं रब्बी मार्ग ते तुरदियां सतगुरु गुरु नानक साहब सच्चे पातशाह तीजी उदासी विच रहमतां बरता रहे ने। साहब महाराज काबे दे पवित्र अस्थान ते मक्के शहर अंदर रब्बी उपदेश बख्श के एक गल समझा के कि खुदा हर थां ते व्यापक है, ये गल समझा के इथों अगां मदीने की धरती ते आउंदे है। ये गल चेता रख लियो, मक्का वखरा है मदीना वखरा है। मदीने की धरती ते हजरत मुहम्मद साहब का कबर है, उदा पवित्र अस्थान बनया होया है। सतगुरु जदों इत्थे आए तो इत्थे बड़ी बहुतात विच ते वसों केवल मुसलमान लोगों की है। हजूर ने इत्थे आके एक बचन उचारिया सी, बाबे मरदाने साहब ने रबाब बजाई। हजूर ने एक बचन उचारिया 9 7 14 3 4 कर महल तपास बहाली। पूरा शब्द सतगुरु ने उचारिया। इहदा भाव सी कि सृष्टि विच 9 खंड ने, 7 दीप ने, 14 इहदे तुसी 14 कह के लोक पुकार दियो, 3 लोक ने। ये सारी गाथावां सृष्टि के संबंध विच हजूर ने बचन उचारिया। उदों मदीने की धरती ते कुछ शरई लोगों ने ये गल वेखी भी ये साडी शरह के मुताबिक नहीं शब्द ढुकदा। गुरु नानक साहब सच्चे पातशाह नूं संग शार करन दे लई 9000 ये जिक्र है इतिहास विच, 9000 मुसलमाना ने हत्थां विच पत्थर चुक के ते गुरु नानक साहब नूं मारन आउंदे हैं, संग शार करन आउंदे हैं। संग सार पत्थर मार के किसी नूं मकाउणा सजा का नाम है। पर जदों गुरु नानक साहब सच्चे पातशाह दे लागे आए, सतगुरु का दीदार करके पत्थर मारना ते दूर की गल, पत्थर हिरदे पिघल के गुरु चरना विच नमस्कार करके कोल बह गए। उदों साहब दे नाल इत्थे अमाम हशर, अमाम सफर, अमाम साफी, जमाल दीन, जलाल दीन बेअंत उगे जिहड़े आगू साहबान सन मुसलमान धर्म के अंदर, बेअंत लोगों ने बैठ के गुरु नानक साहब सच्चे पातशाह नाल विचार चर्चा की। सतगुरु ने इन्हां दी एक एक गल का जवाब दिता।
ਇਹਨਾਂ ਨੂੰ ਰੱਬੀ ਉਪਦੇਸ਼ ਦਿੱਤਾ ਤੇ ਜਿਹੜਾ ਖੁਦਾ ਦੀ ਗੱਲ ਕਰਦੇ ਸਨ, ਸਤਿਗੁਰੂ ਨੇ ਇੱਕ ਗੱਲ ਸਮਝਾਈ, ਕੇਵਲ ਖੁਦਾ ਦੀ ਗੱਲ ਨਾ ਕਰੋ, ਆਪਣੇ ਅੰਦਰੋਂ ਖੁਦ ਨੂੰ ਮਾਰ ਕੇ, ਆਪਣੇ ਅੰਦਰ ਦੇ ਅਹੰਕਾਰ ਨੂੰ ਮਾਰ ਕੇ ਉਸ ਨਿਰੰਕਾਰ ਨਾਲ ਸਾਂਝ ਬਣਾਓ। ਰੱਬੀ ਉਪਦੇਸ਼ ਇਹਨਾਂ ਲੋਕਾਂ ਨੂੰ ਬਖਸ਼ਿਸ਼ ਕਰਕੇ ਮਦੀਨੇ ਦੀ ਧਰਤੀ ਤੋਂ ਸਤਿਗੁਰੂ ਚੱਲ ਕੇ ਬੇਅੰਤ ਥਾਵਾਂ ਤੇ ਰਹਿਮਤਾਂ ਵਰਤਾਉਂਦਿਆਂ ਅਰਬ ਦੇਸ਼ਾਂ ਦੇ ਅੰਦਰ ਅਗਾਂਹ ਜਿਹੜਾ ਇੱਕ ਕੋਹਾਰ ਨਾਮ ਦਾ ਇੱਕ ਇਲਾਕਾ ਹੈ, ਇਧਰਲੇ ਇਲਾਕੇ ਨੂੰ ਸਤਿਗੁਰੂ ਜਦੋਂ ਆਏ ਤੇ ਇਧਰਲੇ ਇਲਾਕੇ ਵਿੱਚ ਕੁਝ ਲੋਕਾਂ ਨੇ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਅਸੀਂ ਬਾਦਸ਼ਾਹ ਜਿਹੜਾ ਸਮਰਾਟ ਹੈ ਉਹਦੇ ਬੜੇ ਸਤਾਏ ਹੋਏ ਹੈ। ਸਾਹਿਬ ਕਹਿਣ ਲੱਗੇ, ਤੁਹਾਡੇ ਸਮਰਾਟ ਦਾ, ਤੁਹਾਡੇ ਬਾਦਸ਼ਾਹ ਦਾ ਕੀ ਨਾਮ ਹੈ? ਇਹਨਾਂ ਆਖਿਆ, ਮਹਾਰਾਜ ਉਹਦਾ ਨਾਮ ਕਾਰੂ ਬਾਦਸ਼ਾਹ ਹੈ ਤੇ ਇਹਨਾਂ ਲਾਲਚੀ ਬਿਰਤੀ ਦਾ ਮਾਲਕ ਹੈ ਵੀ ਉਹਨੇ ਕਿਰਤੀ ਲੋਕਾਂ ਦੇ ਹੱਥ ਵਿੱਚ ਕੁਝ ਵੀ ਨਹੀਂ ਛੱਡਿਆ, ਨਾ ਚੰਗਾ ਪਹਿਨਣ ਨੂੰ ਹੈ, ਨਾ ਚੰਗਾ ਖਾਣ ਨੂੰ ਹੈ। ਤੇ ਸਤਿਗੁਰੂ ਕਬਰਾਂ ਪੁਟਾ ਕੇ ਵੀ ਮੁਰਦੇ ਦੇ ਮੁਖ ਵਿੱਚੋਂ ਇੱਕ ਟਕੇ ਸਨ ਜਿਹੜੇ ਉਹ ਵੀ ਕਢਾ ਲਏ। ਕਾਰੂ ਬਾਦਸ਼ਾਹ ਇੰਨਾ ਅਹੰਕਾਰੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਉਦੋਂ ਕਾਰੂ ਬਾਦਸ਼ਾਹ ਨੂੰ ਮਿਲਦੇ ਹੈ, ਉਹਨੂੰ ਇੱਕ ਗੱਲ ਸਮਝਾਉਂਦੇ ਆ, ਕਹਿਣ ਲੱਗੇ, ਭਲਿਆ ਜੀਵਨ ਤੇ ਨਾਸ਼ਵੰਤ ਹੈ, ਪਰ ਅਸਲੀ ਬਾਦਸ਼ਾਹ ਉਹੀ ਹੁੰਦਾ ਜਿਹਦੀ ਪ੍ਰਜਾ ਸੁਖੀ ਹੋਵੇ। ਮਹਾਰਾਜ ਨੇ ਕਈ ਬਚਨ ਵਰਤੇ, ਕਹਿਣ ਲੱਗੇ ਪ੍ਰਜਾ ਇੱਕ ਬਾਗ ਵਾਂਗ ਹੈ ਤੇ ਜਿਹੜਾ ਉਹਦਾ ਬਾਦਸ਼ਾਹ ਰਾਜਾ ਹੈ ਉਹ ਇੱਕ ਮਾਲੀ ਦੀ ਤਰ੍ਹਾਂ, ਪ੍ਰਜਾ ਮਾਨੋ ਇੱਕ ਬੱਕਰੀਆਂ ਦੀ ਤਰ੍ਹਾਂ, ਜਿਹੜਾ ਉਹਦਾ ਮਾਲਕ ਹੈ ਬਾਦਸ਼ਾਹ ਉਹ ਇਆਲੀ ਦੀ ਤਰ੍ਹਾਂ। ਕਈ ਬਚਨ ਵਰਤੇ ਮਹਾਰਾਜ ਨੇ। ਜਿਸ ਸਮਰਾਟ ਨੇ ਪਰਮਾਤਮਾ ਦੀ ਖੁਸ਼ੀ ਪ੍ਰਾਪਤ ਕਰਨੀ ਹੈ ਉਹਦਾ ਪਹਿਲਾ ਧਰਮ ਇਹ ਹੈ ਉਹ ਪ੍ਰਜਾ ਦੀ ਸੇਵਾ ਕਰੇ। ਸਤਿਗੁਰੂ ਨੇ ਇਹ ਉਪਦੇਸ਼ ਦਿੱਤਾ। ਨਾਲ ਹੀ ਇਹ ਬਚਨ ਵਰਤੇ, ਕਹਿਣ ਲੱਗੇ ਜਿਹਦੀ ਪ੍ਰਜਾ ਸੁਖੀ ਹੋਵੇ ਨਾ, ਸਮਰਾਟ ਪ੍ਰਜਾ ਦੀ ਸੇਵਾ ਵਿੱਚ ਹੋਵੇ, ਕੱਲ ਕੋਈ ਗੱਲ ਸਮਰਾਟ ਤੇ ਬਨ ਆਵੇ, ਪ੍ਰਜਾ ਆਪਣਾ ਆਪ ਵੀ ਬਾਦਸ਼ਾਹ ਲਈ ਕੁਰਬਾਨ ਕਰ ਦਿੰਦੀ ਹੈ। ਇਸ ਕਾਰੂ ਬਾਦਸ਼ਾਹ ਨੂੰ ਗਫਲਤ ਦੀ ਨੀਂਦ ਵਿੱਚੋਂ ਉਠਾ ਕੇ, ਜਿਹੜਾ ਕੇਵਲ ਦੁਨੀਆ ਵਿੱਚ ਹੀ ਮਸਤ ਸੀ, ਇਹਨੂੰ ਦੁਨੀਆ ਦੀ ਸੁਰਤ ਵਿੱਚੋਂ ਕੱਢ ਕੇ ਦੀਨ ਦੀ ਗੱਲ, ਧਰਮ ਦੀ ਗੱਲ ਕਾਰੂ ਬਾਦਸ਼ਾਹ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਮਝਾਈ ਹੈ। ਇੱਥੋਂ ਮਹਾਰਾਜ ਲੰਘ ਕੇ ਅਗਾਂਹ ਸਤਿਗੁਰੂ ਰਹਿਮਤ ਵਰਤਾਉਂਦਿਆਂ ਫਿਰ ਬਗਦਾਦ ਦੀ ਧਰਤੀ ਤੇ ਗਏ। ਬਗਦਾਦ ਇੱਕ ਉੱਘਾ ਅਸਥਾਨ ਹੈ ਮੁਸਲਮਾਨ ਧਰਮ ਦਾ। ਸਤਿਗੁਰੂ ਜਦੋਂ ਬਗਦਾਦ ਗਏ, ਭਾਈ ਗੁਰਦਾਸ ਜੀ ਦੇ ਬਚਨ ਵੀ ਨੇ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇਹਦੇ ਅਰਥ ਨੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਬਗਦਾਦ ਗਏ, ਇੱਕ ਨਾਲ ਗੁਰੂ ਨਾਨਕ ਸਾਹਿਬ ਜੀ ਤੇ ਬਾਬਾ ਮਰਦਾਨਾ ਸਾਹਿਬ ਨੇ। ਸਤਿਗੁਰੂ ਨੇ ਬਗਦਾਦ ਸ਼ਹਿਰ ਤੋਂ ਬਾਹਰ ਟਿਕਾਣਾ ਕੀਤਾ। ਭਾਈ ਗੁਰਦਾਸ ਜੀ ਦੀ ਬੋਲ ਨੇ ਬੜੀ ਉੱਚੀ ਆਵਾਜ਼ ਵਿੱਚ ਹਜ਼ੂਰ ਨੇ, ਬਾਬੇ ਮਰਦਾਨੇ ਨੇ ਰਬਾਬ ਵਜਾਈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਰੱਬੀ ਸਿਫਤ ਕੀਤੀ। ਇੱਥੇ ਇੱਕ ਸ਼ਬਦ ਉਚਾਰਿਆ ਮਹਾਰਾਜ ਨੇ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ। ਤੁਹਾਨੂੰ ਇੱਕ ਬੇਨਤੀ ਮੈਂ ਹੁਣ ਕਹਿਣ ਲੱਗਿਆ, ਜਿਹੜੀ ਜਪਜੀ ਸਾਹਿਬ ਦੀ ਬਾਣੀ ਹੈ ਨਾ, ਜਪਜੀ ਸਾਹਿਬ ਦੀ ਬਾਣੀ ਸਤਿਗੁਰੂ ਥਾਂ ਪਰ ਥਾਂ ਉਚਾਰਦੇ ਰਹੇ ਹੈ, ਪਰ ਜਦੋਂ ਇਹਨੂੰ ਇੱਕ ਥਾਂ ਇਕੱਤਰ ਕੀਤਾ
वो करतारपुर साहब की धरती ते कीता है। ये गल बड़ी ध्यान में रखियो। जपजी साहब है जिहड़ा वो इउं कह लो गुरु ग्रंथ साहब जी की पावन बाणी का मुढ़ है, मूल है। कुछ विद्वानां दे इवें बोल ने भी एक ओंकार गुरु ग्रंथ साहब का पहला शब्द है। एक ओंकार का अर्थ अगाह मूल मंत्र करदा है, सतनाम करता पुरख ये सारा करदा है। मूल मंत्र के जिहड़े अर्थ ने वो जपजी साहब करदा है ते सारी जपजी साहब की बाणी के अर्थ गुरु ग्रंथ साहब की सारी बाणी करदी है। बड़ी महान बाणी है। सतगुरु ने जदों इत्थे शब्द उचारिया पाताला पाताल लख आगासा आगास, इहदा अर्थ हो गया भी लखां ही पताल ने रब की सृष्टि विच, लखां ही आकाश ने। जदों ये गल आखी ते उथे एक मुसलमान वीर लागे बन्ने किते पानी भर रहा सी, उहदे कंन विच ये आवाज़ पई। उहने जाके अगाह बगदाद विच एक पीर रहिंदा है, दस्तगीर जी का नाम है। वैसे दस्तगीर नाम नहीं हुंदा, मैं बेनती तुहानूं करां। दस्त का अर्थ हुंदा है हथ, गीर पकड़न वाला, जिहड़ा किसी की बाह पकड़ के उन्होंने पार करा दे, संसार तो, संसार समुद्र तो पार करा दे, उन्होंने दस्तगीर आख्या जाता है। ते इन्हां विच बगदाद एक बड़ा मन्निया परमन्निया पीर सी जिन्होंने दस्तगीर कहते सन। उस मुसलमान सज्जन ने जाके दस्तगीर पीर नूं दस्सिया, कहन लग्या पीर जी बाहर दो फकीर आए ने, एक ते अपने राग की मनाही है, वो राग बजा रहे ने, रबाब बजाई जा रहे ने, तुसी 14 तबकों की गल करते हो। थोड़ी गल इनू समझना पएगा। जिहड़ा हिंदू धर्म है ना, ये 3 लोकां की गल करदा है। एक पाताल लोक, एक मात लोक, एक आकाश लोक, तिन्हां की गल करदा है। जिहड़ा मुसलमान धर्म है ये 14 तबकों की गल करदा है। ये कहंदा 7 पताल ने, 7 आकाश ने। पर जदों गुरु नानक साहब सच्चे पातशाह की गल करिए तो सतगुरु बाणी विच आखदे पाताला पाताल लख आगासा आगास, लखां ही पताल ने, लखां ही आकाश परमात्मा ने अपनी सृष्टि विच बनाए हुए है। हुण उन्हां लोकां विच जाके जदों साहब ने बचन वरतिया ते दस्तगीर पीर तक सुनेहा पहुंचिया। जदों उन्होंने ये गल पता लगी भी बाहर बैठा फकीर ये कह रहे है भी लखां पताल आकाश है, असी 14 मनने है, साडे संगीत दी राग दी मनाही है ते ये राग बजाई जा रहा है। उन्हें भी लोगों नूं उदों शब्द वरत्या भी गुरु नानक साहब नूं जिहड़े आए ने संग शार कर दिओ, पत्थर चुको, बड़ी सख्त सजा है। ये संग शार ये उन्हां दी भाषा का बोल है। संग सार एक सजा का नाम है मुसलमान धर्म अंदर। वो सजा पत्थर मार मार के किसी नूं मार मुकाउणा। बड़े बारी इन्हां दे धर्म विच गुनाहगार लोकां नूं किते एक थां बन के ते लोकां तो पत्थर मरवा के मार दिंदे सन। जदों लोग पत्थर चुक के इधर भी आए ने गुरु नानक साहब वाले पासे, जदों इत्थे आए ते गुरु नानक साहब हत्थां विच पत्थर पकड़े हुए सन लोकां दे। दस्तगीर की गल मन के गुरु नानक साहब सच्चे पातशाह का दीदार किया उन्हां ते दूरों साहब की कृपा वरती। उन्हां हत्थां विचों पत्थर छड्ड के गुरु नानक साहब के चरनां विच आके बैठ गए। भाई गुरदास जी के बोल ने, फिर बाबा गया बगदाद नूं बाहर जाए किया अस्थाना, एक बाबा अकाल रूप दूजा रबाबी मरदाना, दिती बांग निवाज कर सुन समान हुआ जहाना, सुन मुन नगरी पई देख पीर भया हैराना। कह लगे जदों गुरु नानक साहब ने उत्थे सत श्री अकाल गुरबर अकाल
ਆਵਾਜ਼ ਲਾਈ ਪਰਮਾਤਮਾ ਦੇ ਨਾਮ ਦੀ, ਉਹ ਪੱਥਰ ਚੁੱਕੇ ਹੋਏ ਲੋਕ ਵੀ ਇਉਂ ਮਨ ਨੂੰ ਸੁੰਨ ਹੋ ਗਏ, ਸਤਿਗੁਰੂ ਦੇ ਚਰਨਾਂ ਵਿੱਚ ਆ ਗਏ। ਭਾਈ ਗੁਰਦਾਸ ਸਾਹਿਬ ਦੀ ਬੋਲ ਨੇ, ਕਹਿਣ ਲੱਗੇ ਫਿਰ ਜਿਹੜਾ ਦਸਤਗੀਰ ਪੀਰ ਸੀ ਨਾ, ਉਹਨੇ ਵੇਖਿਆ ਵੀ ਇਹ ਕੋਈ ਮਹਾਨ ਪੁਰਸ਼ ਇੱਥੇ ਆਇਆ। ਧਿਆਨ ਲਾ ਕੇ ਵੇਖਦਾ, ਵੇਖਿਆ ਪੀਰ ਧਿਆਨ ਕਰ, ਉਹ ਧਿਆਨ ਲਾ ਕੇ ਵੇਖਦਾ ਇਹ ਫਕੀਰ ਵੱਡਾ ਅਤਾਈ, ਕੋਈ ਵੱਡਾ ਫਕੀਰ ਆਇਆ। ਲੱਖ ਪਤਾਲ ਆਕਾਸ਼ ਲੱਖ, ਅੱਖ ਫੁਰਕ ਵਿੱਚ ਸਭ ਦਿਖਲਾਈ। ਉਹਨੇ ਵੇਖਿਆ ਵੀ ਇਹ ਜਿਹੜਾ ਪੀਰ ਆਇਆ ਇਹ ਲੱਖਾਂ ਪਤਾਲਾਂ ਆਕਾਸ਼ਾਂ ਦੀ ਗੱਲ ਕਰਦਾ ਹੈ। ਇਵੇਂ ਪ੍ਰਤੀਤ ਹੁੰਦਾ ਜਿਵੇਂ ਖੁਦਾ ਦਾ ਰੂਪ ਹੋਵੇ। ਦਸਤਗੀਰ ਪੀਰ ਵੀ ਗੁਰੂ ਨਾਨਕ ਸਾਹਿਬ ਕੋਲ ਚੱਲ ਕੇ ਆਉਂਦਾ ਬਗਦਾਦ। ਹੁਣ ਇਹ ਸਤਿਗੁਰੂ ਨਾਲ ਵਿਚਾਰ ਚਰਚਾ ਕਰਦਾ ਹੈ ਤੇ ਸਤਿਗੁਰੂ ਨੂੰ ਇਹ ਬੋਲ ਵਰਤਦਾ, ਮਹਾਰਾਜ ਸਾਡੇ ਤੇ ਰਾਗ ਦੀ ਮਨਾਹੀ ਹੈ। ਗੁਰੂ ਨਾਨਕ ਸਾਹਿਬ ਨੂੰ ਬਚਨ ਵਰਤਦਾ। ਦਸਤਗੀਰ ਪੀਰ ਗੁਰੂ ਨਾਨਕ ਸਾਹਿਬ ਨੂੰ ਬਗਦਾਦ ਦੀ ਧਰਤੀ ਤੇ ਸ਼ਬਦ ਵਰਤਦਾ ਵੀ ਸਾਡੇ ਸੰਗੀਤ ਦੀ ਰਾਗ ਦੀ ਮਨਾਹੀ ਹੈ, ਇਹ ਸ਼ਰਅ ਤੋਂ ਉਲਟ ਹੈ ਤੇ ਤੁਸੀਂ ਇੱਥੇ ਕੀਰਤਨ ਕੀਤਾ। ਹਜੂਰ ਨੇ ਇੱਕ ਬਚਨ ਆਖਿਆ ਸੀ, ਉਹ ਅੱਜ ਵੀ ਪੱਲੇ ਬੰਨਣ ਦੀ ਲੋੜ ਹੈ। ਸਾਹਿਬ ਕਹਿਣ ਲੱਗੇ ਪੀਰ ਜੀ ਭਾਂਡਾ ਕੋਈ ਮਾੜਾ ਨਹੀਂ ਹੁੰਦਾ, ਭਾਂਡਾ ਕੋਈ ਮਾੜਾ ਨਹੀਂ ਹੁੰਦਾ, ਭਾਵੇਂ ਮਿੱਟੀ ਦਾ ਹੋਵੇ, ਲੋਹੇ ਦਾ ਹੋਵੇ, ਸੋਨੇ ਦਾ ਹੋਵੇ, ਚਾਂਦੀ ਪਿੱਤਲ ਦਾ ਹੋਵੇ। ਵੇਖਣਾ ਇਹ ਹੈ ਵੀ ਭਾਂਡੇ ਵਿੱਚ ਵਸਤੂ ਕੀ ਪਾਈ ਹੈ। ਜੇ ਭਾਂਡੇ ਵਿੱਚ ਅੰਮ੍ਰਿਤ ਪਾਇਆ ਹੈ, ਕੱਲ ਤੂੰ ਕੱਢੇਗਾ ਵਿੱਚੋਂ ਅੰਮ੍ਰਿਤ ਨਿਕਲਣਾ। ਜੇ ਭਾਂਡੇ ਵਿੱਚ ਜ਼ਹਿਰ ਪਾਇਆ, ਕੱਲ ਤੂੰ ਕੱਢੇਗਾ ਵਿੱਚੋਂ ਜ਼ਹਿਰ ਨਿਕਲਣਾ। ਯਾਦ ਰੱਖ ਸੰਗੀਤ ਇੱਕ ਭਾਂਡਾ ਹੈ, ਸੰਗੀਤ ਰਾਗ ਇੱਕ ਭਾਂਡਾ ਹੈ। ਇਹਦੇ ਵਿੱਚ ਸ਼ਬਦ ਕਿਹੜੇ ਪਾ ਕੇ ਗਾਈ ਜਾ ਰਹੇ, ਵੇਖਣ ਦੀ ਲੋੜ ਇਹ ਹੈ। ਜੇ ਤਾਂ ਤੂੰ ਇਸੇ ਸੰਗੀਤ ਵਿੱਚ ਪਰਮਾਤਮਾ ਦੀ ਸਿਫਤ ਦੇ ਸ਼ਬਦ ਗਾ ਕੇ ਤੇ ਰੱਬੀ ਉਸਤਤ ਵਿੱਚ ਜੁੜਿਆ ਹੋਇਆ ਹੈ, ਇਹ ਤੈਨੂੰ ਪਰਮਾਤਮਾ ਦਾ ਰੂਪ ਬਣਾ ਦੇਗਾ। ਪਰ ਜੇ ਕਿਤੇ ਬਦਕਿਸਮਤੀ ਨਾਲ ਇਸੇ ਸੰਗੀਤ ਦੀਆਂ ਧੁਨਾਂ ਤੇ ਮਾੜੇ ਸ਼ਬਦ, ਭੈੜੇ ਸ਼ਬਦ ਗਾਈ ਜਾ ਰਹੇ ਹੈ, ਯਾਦ ਰੱਖ ਇਹ ਤੇਰੇ ਜੀਵਨ ਨੂੰ ਬਰਬਾਦ ਕਰ ਦੇਗਾ। ਗੁਰੂ ਨਾਨਕ ਸਾਹਿਬ ਨੇ ਉੱਥੇ ਸਮਝਾਇਆ। ਗੁਰਬਾਣੀ ਵਿੱਚ ਵੀ ਬਚਨ ਆਉਂਦੇ ਹੈ, ਮੇਰੇ ਮੋਹਨ ਸ਼ਰਵਨੀ ਇਹ ਨਾ ਸੁਨਾਏ, ਸਾਕਤ ਗੀਤ ਨਾਦ ਧੁਨ ਬੋਲਤ ਬੋਲਤ ਬੋਲ ਅਜਾਏ। ਕਹਿਣ ਲੱਗੇ ਆਪਣੇ ਕੰਨਾਂ ਵਿੱਚ ਉਹ ਬੋਲ ਕਦੀ ਨਾ ਪਾ ਜਿਹੜੇ ਸਾਖਤ ਲੋਕਾਂ ਦੇ ਨੇ, ਜਿਹੜੇ ਬੋਲ ਪਰਮਾਤਮਾ ਦੇ ਨਾਲੋਂ ਟੁੱਟੇ ਹੋਏ ਲੋਕਾਂ ਦੇ ਨੇ, ਜਿਨ੍ਹਾਂ ਨੂੰ ਸੁਣਨ ਦੇ ਨਾਲ ਤੇਰਾ ਆਪਣਾ ਪਰਮੇਸ਼ਵਰ ਨਾਲੋਂ ਟੁੱਟ ਜਾਏਗਾ। ਮੈਂ ਹੱਥ ਜੋੜ ਫਿਰ ਬੇਨਤੀ ਕਰਾਂ, ਇਹ ਅੱਜ ਵੀ ਸਮਝਣ ਦੀ ਲੋੜ ਹੈ। ਇੱਕ ਸ਼ਬਦ ਉਹ ਨੇ ਰੱਬੀ ਸਿਫਤ ਦੇ, ਜਿਨ੍ਹਾਂ ਜੀਵਨ ਦਾ, ਸਮਾਜ ਦਾ ਬਹੁਤ ਕੁਝ ਸਵਾਰਿਆ ਹੈ। ਇੱਥੇ ਕੁਝ ਉਹਨਾਂ ਸਾਕਤ ਲੋਕਾਂ ਦੇ ਬੋਲ ਨੇ। ਸਾਕਤ ਦਾ ਅਰਥ ਹੁੰਦਾ ਰੱਬ ਤੋਂ ਟੁੱਟ ਚੁੱਕੇ ਲੋਕਾਂ ਦੇ ਬੋਲ, ਜਿਨ੍ਹਾਂ ਦੇ ਬੋਲਾਂ ਨੇ ਸਮਾਜ ਦਾ, ਪਰਿਵਾਰਾਂ ਦੀ ਮਾਨ ਮਰਿਆਦਾ ਤੋੜ ਕੇ ਬਹੁਤ ਕੁਝ ਵਿਗਾੜਿਆ ਹੈ। ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਸਿੱਖ ਹੈ ਨਾ ਜਿਹੜਾ, ਸਿੱਖ ਕਦੀ ਆਪਣੀ ਜ਼ੁਬਾਨ ਤੋਂ ਮਾੜਾ ਸ਼ਬਦ ਬੋਲਦਾ ਵੀ ਨਹੀਂ, ਇਹ ਆਪਣੇ ਕੰਨਾਂ ਰਾਹੀਂ ਕਦੀ ਮਾੜੇ ਸ਼ਬਦ ਸੁਣਦਾ ਵੀ ਨਹੀਂ। ਸਤਿਗੁਰੂ ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਦੋਂ ਦਸਤਗੀਰ ਪੀਰ ਨੂੰ ਇਹ ਗੱਲ ਸਮਝਾਈ। ਹੁਣ ਇਹਨੇ ਸਵਾਲ ਕਰਦੇ ਸਤਿਗੁਰੂ ਨੂੰ 3 ਸਵਾਲ ਪੁੱਛੇ ਸੀ। ਵੈਸੇ ਤੇ ਬਹੁਤ ਲੰਮੀ ਵਿਚਾਰ ਕੀਤੀ, ਪਰ ਇਹਨੇ ਇਹ ਪੁੱਛਿਆ, ਮਹਾਰਾਜ ਜਿਹੜਾ ਖੁਦਾ ਹੈ ਉਹ ਕਦੋਂ ਤੋਂ ਹੈ? ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਦਸਤਗੀਰ ਤੂੰ ਪੁੱਛਣਾ, ਤੂੰ ਤਾਂ ਖੁਦ ਸਭ ਦਾ ਆਗੂ ਬਣਿਆ ਹੋਇਆ ਬਗਦਾਦ ਵਿੱਚ, ਹਜੇ ਤੈਨੂੰ ਵੀ ਨਹੀਂ ਪਤਾ ਵੀ ਖੁਦਾ ਕਦੋਂ ਤੋਂ ਹੈ? ਇਹਨੇ ਆਖਿਆ ਮਹਾਰਾਜ ਨਹੀਂ,
ਕਿਰਪਾ ਕਰੋ, ਤੁਸੀਂ ਰਹਿਮਤ ਕਰਕੇ ਦੱਸੋ ਖੁਦਾ ਕਦੋਂ ਤੋਂ ਹੈ। ਮਹਾਰਾਜ ਨੇ ਇਹਨੂੰ ਬਚਨ ਆਖਿਆ ਸੀ, ਕਹਿਣ ਲੱਗੇ ਗਿਣਤੀ ਆਰੰਭ ਕਰ। ਇਹ ਗਿਣਤੀ ਆਰੰਭ ਕਰਦਾ 1 2 3 4। ਸਾਹਿਬ ਕਹਿਣ ਲੱਗੇ ਠੀਕ ਨਹੀਂ ਹੈ ਗਿਣਤੀ, ਉਲਟੀ ਗਿਣਤੀ ਸ਼ੁਰੂ ਕਰ। ਜਦੋਂ ਇਹਨੇ ਬੋਲ ਵਰਤੇ 4 3 2 1 ਤੇ ਹਜ਼ੂਰ ਕਹਿਣ ਲੱਗੇ 1 ਤੋਂ ਪਹਿਲਾਂ ਬੋਲ। ਕਹਿਣ ਲੱਗੇ ਮਹਾਰਾਜ 1 ਤੋਂ ਪਹਿਲਾਂ ਕੁਝ ਵੀ ਨਹੀਂ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜਦੋਂ ਕੁਝ ਵੀ ਨਹੀਂ ਸੀ, ਖੁਦਾ ਪਰਮਾਤਮਾ ਉਦੋਂ ਵੀ ਸੀ। ਅਤੇ ਬਾਅਦ ਵਿੱਚ ਬਣਿਆ ਸਭ ਕੁਝ। ਰੱਬੀ ਬਾਣੀ ਵਿੱਚ ਬਹੁਤ ਬਚਨ ਨੇ, ਕਦੀ ਬਾਣੀ ਨੂੰ ਵਿਚਾਰ ਕੇ ਵੇਖੋ, ਤੁਸੀਂ ਯਕੀਨ ਜਾਣੋ ਸਤਿਗੁਰੂ ਦੀ ਬਾਣੀ ਵਿੱਚ ਇਹ ਬੋਲ ਨੇ, ਇੱਕ ਵਕਤ ਸੀ ਨਾ ਆ ਸੂਰਜ ਚੰਦਰਮਾ ਤਾਰੇ, ਦਿਨ ਨਾ ਰਾਤ, ਨਾ ਕੋਈ ਆਵਾਜ਼, ਕੁਝ ਵੀ ਨਹੀਂ ਸੀ। ਪਰਮਾਤਮਾ ਨੇ ਬਣਾਇਆ ਹੋਇਆ ਹੈ। ਸਤਿਗੁਰੂ ਨੂੰ ਦੂਜਾ ਸਵਾਲ ਪੁੱਛਦਾ ਹੈ, ਕਹਿਣ ਲੱਗਿਆ ਮਹਾਰਾਜ ਉਹ ਪਰਮਾਤਮਾ ਦਿਸਦਾ ਕਿਉਂ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਵੀ ਦੁੱਧ ਕੋਈ ਭਾਂਡੇ ਵਿੱਚ ਪਾ ਕੇ ਤੇ ਦੁੱਧ ਮੰਗਵਾ। ਦਸਤਗੀਰ ਨੇ ਇੱਕ ਕਟੋਰੇ ਭਾਂਡੇ ਵਿੱਚ ਪਾ ਕੇ ਦੁੱਧ ਮੰਗਾ ਲਿਆ। ਸਾਹਿਬ ਕਹਿਣ ਲੱਗੇ ਮੈਂ ਦੁੱਧ ਛਕਣਾ ਹੈ। ਜਦੋਂ ਦੁੱਧ ਆਇਆ ਹਜ਼ੂਰ ਨੇ ਇੱਕ ਬਚਨ ਵਰਤਿਆ, ਕਹਿਣ ਲੱਗੇ ਵੀ ਦਸਤਗੀਰ ਪੀਰ ਦੁੱਧ ਵਿੱਚ ਮੱਖਣ ਹੁੰਦਾ ਹੈ। ਉਹ ਕਹਿਣ ਲੱਗਿਆ ਮਹਾਰਾਜ ਇਹਦੇ ਵਿੱਚ ਕੋਈ ਦੁਰਾਮਾ ਨਹੀਂ, ਦੁੱਧ ਵਿੱਚ ਮੱਖਣ ਹੁੰਦਾ ਹੈ। ਸਾਹਿਬ ਕਹਿਣ ਲੱਗੇ ਦਿਸਦਾ ਨਹੀਂ। ਕਹਿਣ ਲੱਗਿਆ ਸਤਿਗੁਰੂ ਇਵੇਂ ਥੋੜੀ ਮੱਖਣ ਨਿਕਲਦਾ ਹੈ, ਤੁਹਾਨੂੰ ਪਤਾ ਹੈ ਵੀ ਪਹਿਲਾਂ ਇਹਨੂੰ ਜਾਗ ਲਾਉਣਾ ਪੈਣਾ, ਫਿਰ ਇਹਨੂੰ ਟਿਕਾਉਣਾ ਪੈਣਾ। ਜਾਗ ਲਾ ਕੇ ਉਸੇ ਵੇਲੇ ਕੋਈ ਰਿੜਕੇ ਤੇ ਦੁੱਧ ਤਾਂ ਮੱਖਣ ਤਾਂ ਵੀ ਨਹੀਂ ਪ੍ਰਾਪਤ ਹੁੰਦਾ। ਪਹਿਲਾਂ ਜਾਗ ਲਾਉਣਾ ਪੈਣਾ, ਫਿਰ ਇਹਨੂੰ ਟਿਕਾਉਣਾ ਪੈਣਾ, ਫਿਰ ਇਹਨੂੰ ਰਿੜਕਣਾ ਪੈਣਾ, ਫਿਰ ਕਿਤੇ ਜਾ ਕੇ ਮੱਖਣ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਇਹ ਤੇਰੀ ਸਵਾਲ ਦਾ ਜਵਾਬ ਹੈ। ਪਰਮਾਤਮਾ ਹੈ, ਪਹਿਲਾਂ ਆਪਣੇ ਹਿਰਦੇ ਨੂੰ ਗੁਰੂ ਦੇ ਸ਼ਬਦ ਦਾ ਜਾਗ ਲਾਉਣਾ ਪੈਣਾ, ਫਿਰ ਕਿਤੇ ਵਿਕਾਰਾਂ ਵਾਲੇ ਪਾਸੇ ਤੋਂ ਕਿਨਾਰਾ ਕਰਕੇ ਆਪਣੇ ਅੰਤਰ ਆਤਮੇ ਨੂੰ ਰੱਬੀ ਸਿਮਰਨ ਵਿੱਚ ਸਹਿਜ ਅਵਸਥਾ ਵਿੱਚ ਟਿਕਾਉਣਾ ਪੈਣਾ। ਫਿਰ ਕਦੀ ਸਤ ਸੰਗਤ ਕਰਕੇ ਰੱਬੀ ਸਿਮਰਨ ਕਰਕੇ ਉਹਦੀ ਸਿਫਤ ਦੀ ਮਧਾਣੀ ਪਾ ਕੇ ਇਹਨੂੰ ਰਿੜਕਣਾ ਪੈਣਾ। ਫਿਰ ਕਦੀ ਤੈਨੂੰ ਪਰਮਾਤਮਾ ਦੀ ਗਿਆਤ ਹੋਏਗੀ, ਉਹਦੇ ਦੀਦਾਰ ਹੋਣਗੇ, ਸਮਝ ਆਏਗੀ। ਦਸਤਗੀਰ ਦਾ ਤੀਜਾ ਸਵਾਲ ਸੀ ਸਤਿਗੁਰੂ ਪਰਮਾਤਮਾ ਕਰਦਾ ਕੀ ਹੈ। ਗੁਰੂ ਨਾਨਕ ਸਾਹਿਬ ਥੱਲੇ ਬੈਠੇ ਸਨ, ਉਹ ਉੱਚੀ ਜਗ੍ਹਾ ਤੇ ਬੈਠਾ ਸੀ। ਸਾਹਿਬ ਕਹਿਣ ਲੱਗੇ ਪਹਿਲਾਂ ਇੱਕ ਕੰਮ ਕਰ, ਤੂੰ ਮੇਰੀ ਜਗ੍ਹਾ ਤੇ ਆ ਨੀਵੀਂ ਜਗ੍ਹਾ ਤੇ ਮੈਨੂੰ ਹੈ ਉੱਚੀ ਜਗ੍ਹਾ ਤੇ ਬੈਠਣ ਦੇ, ਫਿਰ ਤੇਰੇ ਸਵਾਲ ਦਾ ਜਵਾਬ ਦਿੰਨੇ ਆ। ਉਹ ਪੀਰ ਨੀਵੀਂ ਜਗ੍ਹਾ ਤੇ ਆਇਆ, ਸਾਹਿਬ ਉੱਚੀ ਜਗ੍ਹਾ ਤੇ ਹੋਏ। ਸਤਿਗੁਰੂ ਕਹਿਣ ਲੱਗੇ ਬਸ ਪਰਮਾਤਮਾ ਆਹੀ ਕੁਝ ਕਰਦਾ ਹੈ। ਕਈ ਵਾਰ ਉਹ ਅਹੰਕਾਰ ਵਿੱਚ ਮਸਤ ਹੋਇਆ ਨੂੰ, ਆਪਣੇ ਆਪ ਨੂੰ ਵੱਡੇ ਕਹਾਉਣ ਵਾਲੇ ਅਹੰਕਾਰੀ ਬੰਦਿਆਂ ਨੂੰ ਇੱਕ ਖਿੰਨ ਲਾਉਂਦਾ ਹੈ, ਨੀਵੇਂ ਸੁੱਟ ਦਿੰਦਾ ਹੈ। ਕਦੀ ਉਹ ਜਿਹਦੀ ਕੋਈ ਬਾਤ ਨਹੀਂ ਪੁੱਛਦਾ, ਬਿਲਕੁਲ ਕੋਈ ਗਰੀਬੜਾ ਜਿਹਾ ਹੈ, ਰੱਬ ਕਿਰਪਾ ਵਰਤਾ ਦੇ ਉਹਨੂੰ ਬਹੁਤ ਉੱਚੀਆਂ ਚੱਕ ਦਿੰਦਾ ਹੈ। ਇਹ ਉਹਦੀ ਖੇਡ ਹੈ। ਰੱਬੀ ਬਾਣੀ ਵਿੱਚ ਇੱਕ ਬਚਨ ਵੀ ਆਉਂਦਾ ਹੈ, ਮਹਾਰਾਜ ਬਾਣੀ ਵਿੱਚ ਬਚਨ ਵਰਤਦੇ ਆ, ਕਹਿਣ ਲੱਗੇ ਉਹਦੀ ਖੇਡ ਦਾ ਕਿਸੇ ਨੂੰ ਪਤਾ ਨਹੀਂ ਹੈ। ਯਾਦ ਰੱਖੋ ਇਸ ਗੱਲ ਨੂੰ। ਜੇ ਕੋਈ ਘਰੋਂ ਹੱਸਦਾ ਗਿਆ ਨਾ, ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ, ਕੋਈ ਪਤਾ ਨਹੀਂ ਘਰੋਂ ਹੱਸਦਾ ਗਿਆ ਇੱਕ ਖਿੰਨ ਬਾਅਦ ਵਾਪਸ ਰੋਂਦਾ ਆਵੇ, ਤੇ ਜੇ ਕੋਈ ਰੋਂਦਾ ਗਿਆ ਕੀ ਪਤਾ ਇੱਕ ਖਿੰਨ ਵਿੱਚ ਵਾਪਸ ਹੱਸਦਾ ਆਵੇ। ਬਾਣੀ ਵਿੱਚ ਬਚਨ ਹੈ, ਬਸਦਿਆਂ ਨੂੰ ਇੱਕ ਖਿੰਨ ਵਿੱਚ ਉਜਾੜ ਸਕਦਾ ਹੈ, ਉਹ ਉੱਜੜ ਚੁੱਕਿਆਂ ਨੂੰ ਇੱਕ ਖਿੰਨ ਵਿੱਚ ਵਸਾ ਸਕਦਾ ਹੈ। ਜਿੱਥੇ ਪਾਣੀ ਦਾ ਪ੍ਰਵਾਹ ਵਗ ਰਿਹਾ ਹੈ ਉੱਥੇ ਉਹ ਥਲ ਬਣਾ ਸਕਦਾ ਹੈ, ਭਾਵ ਪਾਣੀ ਦੀ ਇੱਕ ਬੂੰਦ ਵੀ ਨਜ਼ਰ ਨਹੀਂ ਆਉਣੀ
ਤੇ ਜਿੱਥੇ ਪਾਣੀ ਦੀ ਇੱਕ ਵੀ ਬੂੰਦ ਨਹੀਂ, ਉੱਥੇ ਜਲ ਦੇ ਪ੍ਰਵਾਹ ਵਗਾ ਸਕਦਾ ਹੈ। ਉਹ ਮੂਰਖਾਂ ਨੂੰ ਪੰਡਤ ਬਣਾਉਣ ਜਾਣਦਾ ਹੈ। ਉਹ ਵੱਡੇ ਵੱਡੇ ਪੰਡਤਾਂ ਨੂੰ ਮੂਰਖ ਬਣਾ ਦਿੰਦਾ ਹੈ। ਉਹ ਭਿਖਾਰੀਆਂ ਨੂੰ ਰਾਜ ਭਾਗ ਬਖਸ਼ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਕਹਿਣ ਲੱਗੇ, ਉਹ ਕਈ ਵਾਰੀ ਰਾਜਿਆਂ ਨੂੰ ਭਿਖਾਰੀ ਵੀ ਬਣਾ ਦਿੰਦਾ ਹੈ। ਉਹ ਬੇਅੰਤ ਹੈ। ਬਾਣੀ ਦਾ ਬਚਨ ਹੈ, ਹੱਸ ਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹਸੈ, ਜਲ ਤੇ ਬਸ ਤੋ ਹੋਏ ਹੋਏ ਸੋ ਊਜਰ, ਊਜਰ ਹੋਏ ਸੋ ਬਸੈ, ਜਲ ਤੇ ਥਲ ਕਰ ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ, ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ, ਭਿਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭਿਖਾਰੀ। ਗੁਰੂ ਨਾਨਕ ਸਾਹਿਬ ਨੇ ਦਸਤਗੀਰ ਪੀਰ ਨੂੰ ਸ਼ਬਦ ਵਰਤੇ, ਕਹਿਣ ਲੱਗੇ ਰੱਬ ਇਹੀ ਕਰਦਾ ਹੈ, ਉਹ ਬੇਅੰਤ ਹੈ। ਲੰਮੀਆਂ ਵਿਚਾਰਾਂ ਇੱਥੇ ਬੈਠ ਕੇ ਹੋਈਆਂ। ਇੱਥੇ ਫਿਰ ਦਸਤਗੀਰ ਪੀਰ ਨੇ ਸਾਹਿਬ ਨੂੰ ਬਚਨ ਆਖੇ, ਕਹਿਣ ਲੱਗਿਆ ਮਹਾਰਾਜ ਤੁਸੀਂ ਆਪਣੀ ਮੁਬਾਰਕ ਰਸਨਾ ਤੋਂ ਲੱਖਾਂ ਪਤਾਲਾਂ ਆਕਾਸ਼ਾਂ ਦੀ ਗੱਲ ਕੀਤੀ ਹੈ, ਕਿਰਪਾ ਕਰਕੇ ਦਿਖਾਈ ਦਿਓ ਲੱਖਾਂ ਪਤਾਲ ਆਕਾਸ਼। ਗੁਰੂ ਨਾਨਕ ਸਾਹਿਬ ਨੇ ਆਖਿਆ, ਕਹਿਣ ਲੱਗੇ ਤੈਨੂੰ ਨਹੀਂ ਵਿਖਾਵਾਂਗੇ, ਹਾਂ ਤੇਰੇ ਬੇਟੇ ਨੂੰ ਵਿਖਾ ਦਿੰਨੇ ਆ, ਕਿਉਂਕਿ ਤੇਰੀ ਲੋਕਾਂ ਵਿੱਚ ਪ੍ਰਤਿਸ਼ਠਾ, ਤੂੰ ਕਈ ਵਾਰੀ ਸੱਚ ਵੇਖ ਕੇ ਵੀ ਸੱਚ ਮੰਨੇਗਾ ਨਹੀਂ। ਭਾਈ ਗੁਰਦਾਸ ਜੀ ਨੇ ਬਚਨ ਵਰਤਿਆ ਹੋਇਆ ਹੈ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਦਸਤਗੀਰ ਪੀਰ ਦੇ ਬੇਟੇ ਦੀ ਬਾਂਹ ਪਕੜੀ, ਨਾਲ ਲੀਤਾ ਬੇਟਾ ਪੀਰ ਦਾ, ਅੱਖ ਫੁਰਕ ਵਿੱਚ ਸਭ ਦਿਖਲਾਈ, ਲੱਖ ਪਤਾਲ ਆਕਾਸ਼ ਲੱਖ, ਅੱਖ ਫੁਰਕ ਵਿੱਚ ਸਭ ਦਿਖਲਾਈ, ਪਰਕਚ ਕੋਲ ਪ੍ਰਸਾਦ ਦਾ, ਧੁਰੋਂ ਪਤਾਲੋਂ ਲਈ ਕੜਾਹੀ, ਜਾਹਰ ਕਲਾ ਨਾ ਛਪੀ ਛਪਾਹੀ। ਇਹਦੇ ਅਰਥ ਨੇ ਗੁਰੂ ਨਾਨਕ ਸਾਹਿਬ ਨੇ ਦਸਤਗੀਰ ਪੀਰ ਦੇ ਬੇਟੇ ਦੀ ਬਾਂਹ ਪਕੜੀ, ਉਹਨੂੰ ਇੱਕ ਖਿਣ ਅੰਦਰ ਇਸ ਸ੍ਰਿਸ਼ਟੀ ਤੇ ਪਰਮਾਤਮਾ ਦੇ ਬਣਾਏ ਲੱਖਾਂ ਪਤਾਲ ਆਕਾਸ਼ ਵਿਖਾਏ, ਤੇ ਇੱਕ ਥਾਂ ਉਹ ਜਿੱਥੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੰਗਤ ਹੋ ਰਹੀ ਸੀ, ਉੱਥੋਂ ਇੱਕ ਭਾਂਡਾ ਲਿਆ, ਕਚਕੋਲ ਭਾਂਡਾ ਲੈ ਕੇ ਦੇਗ ਲਈ, ਪ੍ਰਸ਼ਾਦ ਲਿਆ, ਤੇ ਇੱਕ ਬਚਨ ਆਖਿਆ ਆਪਣੇ ਪਿਤਾ ਨੂੰ ਛਕਾ ਦਵੀਂ, ਉਹਨੂੰ ਭਰੋਸਾ ਵੱਧ ਜਾਏਗਾ। ਇਹ ਕਲਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਗਦਾਦ ਦੀ ਧਰਤੀ ਤੇ ਵਰਤਾਈ ਹੈ। ਬੇਅੰਤ ਲੋਕਾਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਰੱਬੀ ਉਪਦੇਸ਼ ਲੈ ਕੇ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਨਮਸਕਾਰ ਕਰਕੇ ਸਤਿਗੁਰੂ ਦੇ ਸਿੱਖ ਬਣ ਗਏ। ਇੱਥੋਂ ਚੱਲ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਅਗਾਂਹ ਜੇਲਮ ਦੀ ਧਰਤੀ ਤੇ ਆਉਂਦੇ ਹੈ। ਜਿਹੜਾ ਜੇਲਮ ਹੈ ਨਾ, ਇੱਥੇ ਇੱਕ ਫਕੀਰ ਰਹਿੰਦਾ ਸੀ ਜਿਹਦਾ ਨਾਮ ਸੀ ਬਾਲ ਗੋਦਾਈ। ਬਾਲ ਗੋਦਾਈ ਸੀ ਤੇ ਬੜਾ ਧਰਮੀ, ਦਾਨ ਪੁੰਨ ਬੜਾ ਕਰਦਾ ਸੀ, ਲੋਕਾਂ ਕੋਲ ਰੱਬੀ ਘਰ ਦੀ ਗੱਲ ਵੀ ਕਰਨੀ ਤੇ ਆਪ ਵੀ ਧਰਮ ਕਮਾਉਣ ਦਾ ਯਤਨ ਕਰਦਾ ਸੀ ਬਾਲ ਗੋਦਾਈ। ਪਰ ਇੱਕ ਇਹਨੂੰ ਰੋਗ ਲੱਗਿਆ ਹੋਇਆ ਸੀ, ਉਹ ਰੋਗ ਅਹੰਕਾਰ ਦਾ ਲੱਗਿਆ ਹੋਇਆ ਸੀ। ਅੰਦਰ ਬੜਾ ਵੱਡਾ ਅਹੰਕਾਰ ਸੀ, ਮੈਂ ਦਾਨੀ ਹੈ, ਅੰਦਰ ਬੜਾ ਅਹੰਕਾਰ ਸੀ, ਲੋਕਾਂ ਵਿੱਚ ਮੇਰੀ ਬੜੀ ਮਨੌਤ ਹੈ, ਜਾਂ ਮੈਂ ਰੱਬੀ ਮਾਰਗ ਤੇ ਤੁਰਨ ਦਾ ਯਤਨ ਕਰਨਾ ਜਾਂ ਤੋਰਦੇ ਲੋਕਾਂ ਨੂੰ। ਅੰਦਰ ਅਹੰਕਾਰ ਸੀ। ਮੈਂ ਫਿਰ ਬੇਨਤੀ ਕਰਾਂ, ਕਈ ਵਾਰੀ ਜਿਵੇਂ ਲੋਕ ਸੰਸਾਰੀ ਪਦਾਰਥਾਂ ਦਾ ਦੁਨਿਆਵੀ ਤੌਰ ਤੇ ਅਹੰਕਾਰ ਮਾਣ ਕਰ ਲੈਂਦੇ ਹੈ, ਮੈਨੂੰ ਖਿਮਾ ਕਰਿਓ, ਕਈ ਵਾਰੀ ਧਰਮ ਦਾ ਵੀ ਅਹੰਕਾਰ ਹੋ ਜਾਂਦਾ। ਲੋਕ ਐਸੇ ਵੀ ਨੇ ਵੀ ਮੈਂ ਬਾਣੀ ਪੜ੍ਹਦਾ, ਮੈਂ ਨਿਤਨੇਮੀ ਹੈ, ਮੈਂ ਅੰਮ੍ਰਿਤ ਵੇਲੇ ਉੱਠਦਾ, ਇਵੇਂ ਵੀ ਅਹੰਕਾਰ ਆਖ ਲਾਉਂਦਾ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਬਾਲ ਗੋਦਾਈ ਆਇਆ
ਇਹਨੇ ਆਪਣਾ ਰੋਗ ਗੁਰੂ ਨੂੰ ਦੱਸਿਆ, ਮਹਾਰਾਜ ਮੈਂ ਰੱਬੀ ਮਾਰਗ ਤੇ ਤੁਰ ਰਿਹਾ, ਪਰ ਮੇਰੇ ਅੰਦਰੋਂ ਅਹੰਕਾਰ ਦੀ ਬਿਰਤੀ ਨਹੀਂ ਜਾਂਦੀ। ਉਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹਨੂੰ ਰਹਿਮਤ ਵਰਤਾਈ, ਇੱਕ ਬਚਨ ਸਮਝਾਇਆ। ਕਹਿਣ ਲੱਗੇ ਅਹੰਕਾਰ ਵਿੱਚ ਕੀਤੇ ਹੋਏ ਧਰਮ ਦੇ ਕਰਮ ਵੀ ਕਈ ਵਾਰੀ ਤੈਨੂੰ ਰੱਬੀ ਮਾਰਗ ਤੇ ਪ੍ਰਵਾਨਗੀ ਨਹੀਂ ਹੋਣ ਦਿੰਦੇ। ਸਤਿਗੁਰੂ ਨੇ ਉਦੋਂ ਇਹਨੂੰ ਸੇਵਾ ਤੇ ਸਿਮਰਨ ਦੇ ਮਾਰਗ ਤੇ ਤੋਰ ਕੇ ਆਪਣੇ ਕੋਲੋਂ ਰੱਬੀ ਰਹਿਮਤ ਬਖਸ਼ਿਸ਼ ਵਰਤਾ ਕੇ ਇਹਦੇ ਅੰਦਰ ਨੂੰ ਅਹੰਕਾਰ ਵਿੱਚੋਂ ਕੱਢ ਕੇ ਨਿਮਰਤਾ ਵਿੱਚ ਲਾਇਆ ਸੀ। ਉਦੋਂ ਸੇ ਮਹਾਰਾਜ ਜੇਲਮ ਦੀ ਧਰਤੀ ਤੇ ਬਾਲ ਗੁਦਾਈ ਤੇ ਕਿਰਪਾ ਕਰਦੇ ਹੈ। ਅਗਾਂਹ ਮਹਾਰਾਜ ਰੋਹਤਾਸ ਜਾਂਦੇ ਹੈ। ਰੋਹਤਾਸ ਦੀ ਜਿਹੜੀ ਧਰਤੀ ਹੈ, ਇੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਉੱਚਾ ਇੱਕ ਟਿੱਲਾ ਉੱਥੇ ਟਿਕਾਣਾ ਕਰਦੇ ਹੈ। ਪਾਣੀ ਦੀ ਥੁੜ ਸੀ। ਮਹਾਰਾਜ ਨੇ ਇੱਕ ਪੱਥਰ ਚੁੱਕਿਆ, ਪਾਣੀ ਦਾ ਚਸ਼ਮਾ ਫੁੱਟ ਪਿਆ। ਉਹ ਚਸ਼ਮਾ ਅੱਜ ਵੀ ਰੋਹਤਾਸ ਦੀ ਧਰਤੀ ਤੇ ਵਗਦਾ ਪਿਆ। ਇੱਥੋਂ ਤੱਕ ਬਾਅਦ ਵਿੱਚ ਕੁਝ ਰਾਜੇ ਲੋਕ ਆਏ, ਉਹਨਾਂ ਨੇ ਉੱਥੇ ਇੱਕ ਕਿਲਾ ਉਸਾਰਿਆ ਸੀ ਤੇ ਉਹਨਾਂ ਜਾਣ ਬੁੱਝ ਕੇ ਜਿੱਥੋਂ ਚਸ਼ਮਾ ਪੁੱਟਦਾ ਸੀ ਉੱਥੋਂ ਕੰਧ ਲੰਘਾਉਣ ਦਾ ਯਤਨ ਕੀਤਾ ਸੀ। ਉਹ ਚਸ਼ਮਾ ਇਤਿਹਾਸ ਵਿੱਚ ਜ਼ਿਕਰ ਹੈ, ਕੰਧ ਤੋਂ ਨਾਲ ਦੀ ਲਾਗੇ ਹੋ ਕੇ ਫਿਰ ਵਗਣਾ ਸ਼ੁਰੂ ਹੋ ਗਿਆ। ਇਹ ਰੋਹਤਾਸ ਦੀ ਧਰਤੀ ਤੇ ਮਹਾਰਾਜ ਨੇ ਪਾਣੀ ਦੀ ਥੋੜ ਦੂਰ ਕੀਤੀ ਸੀ। ਉਸ ਵਕਤ ਸੰਗਤਾਂ ਆਈਆਂ, ਉਹਨਾਂ ਨੂੰ ਰੱਬੀ ਉਪਦੇਸ਼ ਦਿੱਤਾ। ਇੱਥੋਂ ਚੱਲ ਕੇ ਮਹਾਰਾਜ ਅੱਗੇ ਹਸਨ ਅਬਦਾਲ, ਜਿਹਨੂੰ ਅੱਜ ਕੱਲ ਅਸੀਂ ਪੰਜਾ ਸਾਹਿਬ ਸ਼ਬਦ ਵਰਤਨੇ ਹੈ, ਇੱਥੇ ਆਏ ਹੈ, ਪਾਕਿਸਤਾਨ ਵਿੱਚ ਹੈ। ਅਸਲ ਵਿੱਚ ਕਹਿਣ ਲੱਗੇ ਹਸਨ ਨਾਮ ਦਾ ਕੋਈ ਨੌਜਵਾਨ ਸੀ। ਇਹਨੇ ਧਰਮ ਦਾ ਉਪਦੇਸ਼ ਲਿਆ, ਲੋਕ ਇਹਨੂੰ ਬੜੇ ਪਿਆਰ ਨਾਲ ਅਬਦਾਲ ਕਹਿਣ ਲੱਗ ਪਏ। ਬਾਅਦ ਵਿੱਚ ਇਹਦਾ ਨਾਮ ਹਸਨ ਅਬਦਾਲ ਪੈ ਗਿਆ। ਉਹ ਪੁੱਗਿਆ ਹੋਇਆ ਔਲੀਆ ਫਕੀਰ ਬਣ ਗਿਆ ਸੀ। ਇੱਥੇ ਵੀ ਇੱਕ ਬੜਾ ਅਹੰਕਾਰੀ ਪੁਰਸ਼ ਹੈ। ਉਹ ਉੱਚੇ ਪਹਾੜ ਤੇ ਉਹਨੇ ਟਿਕਾਣਾ ਕੀਤਾ ਹੋਇਆ, ਉਹਦਾ ਨਾਮ ਬਲੀ ਕੰਧਾਰੀ ਹੈ। ਬਲੀ ਕੰਧਾਰੀ ਪਾਣੀ ਦਾ ਜਿਹੜਾ ਟਿਕਾਣਾ ਸੀ ਨਾ ਕੋਈ, ਇਹਨੇ ਉੱਚੇ ਪਹਾੜ ਤੇ ਆਪਣਾ ਟਿਕਾਣਾ ਬਣਾ ਕੇ ਬਲੀ ਕੰਧਾਰੀ ਨੇ ਪਾਣੀ ਤੇ ਕਬਜ਼ਾ ਕੀਤਾ ਹੋਇਆ ਸੀ ਤੇ ਪਾਣੀ ਕਿਸੇ ਨੂੰ ਦਿੰਦਾ ਨਹੀਂ ਸੀ। ਜੇ ਕੋਈ ਪਾਣੀ ਲੈਣ ਇਹਦੇ ਕੋਲ ਆਉਂਦਾ ਤੇ ਪਹਿਲਾਂ ਉਹਦੇ ਤੋਂ ਆਪਣੀ ਈਨ ਮਨਵਾਉਂਦਾ, ਆਪਣੇ ਦੀਨ ਵਿੱਚ ਲਿਆਉਣ ਦੀ ਗੱਲ ਕਰਦਾ। ਤੇ ਜੇ ਤੇ ਕੋਈ ਇਹਦੀ ਈਨ ਮੰਨ ਲੈਂਦਾ, ਉਹਨੂੰ ਤੇ 2 ਘੁੱਟਾਂ ਪਾਣੀ ਦੇ ਦਿੰਦਾ ਸੀ, ਨਹੀਂ ਤੇ ਪਾਣੀ ਬਲੀ ਕੰਧਾਰੀ ਕਿਸੇ ਨੂੰ ਦਿੰਦਾ ਨਹੀਂ ਸੀ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਇੱਥੇ ਆਏ, ਸਤਿਗੁਰੂ ਨੇ ਆਪਣਾ ਨੀਵੇਂ ਥਾਂ ਟਿਕਾਣਾ ਕੀਤਾ। ਉਹ ਉੱਪਰ ਹੈ ਬਲੀ ਕੰਧਾਰੀ ਪਹਾੜ ਤੇ ਲੋਕਾਂ ਨੇ ਆਪਣੀ ਮੁਸ਼ਕਿਲ ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਰੱਖੀ। ਮਹਾਰਾਜ ਪਾਣੀ ਦਾ ਤੇ ਕੋਈ ਟਿਕਾਣਾ ਹੈ, ਬਲੀ ਕੰਧਾਰੀ ਕਾਬਜ਼ ਹੈ ਪਾਣੀ ਤੇ ਸਾਡੇ ਤੇ ਰਹਿਮਤ ਵਰਤਾਓ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵਿਦਵਾਨਾਂ ਬੜਾ ਜ਼ਿਕਰ ਕੀਤਾ ਹੋਇਆ ਹੈ ਵੀ ਬਾਬੇ ਮਰਦਾਨੇ ਸਾਹਿਬ ਨੂੰ ਘੱਲਿਆ। ਕਹਿਣ ਲੱਗੇ ਮਰਦਾਨਿਆਂ ਜਾ ਤੂੰ ਪਾਣੀ ਲੈ ਕੇ ਆ। ਜਦੋਂ ਬਾਬਾ ਮਰਦਾਨਾ ਸਾਹਿਬ ਜਾਂਦਾ ਹੈ, ਉਹ ਅੱਗੋਂ ਬਲੀ ਕੰਧਾਰੀ ਇਹ ਸ਼ਬਦ ਵਰਤਦਾ ਵੀ ਪਹਿਲਾਂ ਮੈਨੂੰ ਤੂੰ ਆਪਣਾ ਪੀਰ ਮੰਨ ਜਾਂ ਗੁਰੂ ਮੰਨ, ਮੈਂ ਤੈਨੂੰ ਫਿਰ ਪਾਣੀ ਦਿਆਂਗਾ। ਬਾਬੇ ਮਰਦਾਨੇ ਸਾਹਿਬ ਨੇ ਆਖਿਆ ਵੀ ਮੇਰਾ ਗੁਰੂ ਤੇ ਗੁਰੂ ਨਾਨਕ ਸਾਹਿਬ ਹੀ ਹੈ, 2 ਘੁੱਟ ਪਾਣੀ ਦੇ ਤੇ ਰੱਬੀ ਦਾਤ ਹੈ, ਤੇਰੀ ਤੇ ਕੋਈ ਆਪਣੀ ਨਹੀਂ ਹੈ। ਉਹਨੇ ਨਾ ਕਰ ਦਿੱਤੀ। ਬਾਬੇ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਨੇ ਦੂਜੀ ਵਾਰ ਘੱਲਿਆ। ਉਹ ਫਿਰ ਗਿਆ, ਪਾਣੀ ਫਿਰ ਨਾ ਦਿੱਤਾ। ਸਾਹਿਬ ਨੇ ਆਖਿਆ ਮਰਦਾਨੇ ਇੱਕ ਵਾਰ ਹੋਰ ਫੇਰਾ ਪਾਇਆ, ਉਹਨੂੰ ਕਹਿ ਦਮੀ ਇਹ ਰੱਬੀ ਦਾਤ ਹੈ, ਤੂੰ ਕਿਉਂ ਅਹੰਕਾਰੀ ਹੋ ਕੇ ਬੈਠਾ ਹੈ। ਬਾਬਾ ਮਰਦਾਨਾ ਸਾਹਿਬ ਤੀਜੀ ਵਾਰ ਗਿਆ,
ਬਲੀ ਕੰਧਾਰੀ ਨੇ ਪਾਣੀ ਤੇ ਨਾਂ ਦਿੱਤਾ, ਪਰ ਉਹਨੇ ਗੁਰੂ ਨਾਨਕ ਸਾਹਿਬ ਪ੍ਰਤੀ ਵੀ ਕੁਝ ਸ਼ਬਦ ਵਰਤੇ। ਬਾਬੇ ਮਰਦਾਨੇ ਨੂੰ ਵੀ ਤੇਰਾ ਗੁਰੂ ਜੇ ਇੰਨਾ ਹੀ ਬਲੀ ਹੈ, ਇੰਨਾ ਹੀ ਰੱਬੀ ਪੁਰਸ਼ ਹੈ, ਤੇ ਪਾਣੀ ਦੀ ਘੁੱਟ ਮੇਰੇ ਕੋਲ ਲੈਣ ਆਈ ਜਾ ਰਹੇ ਹੋ ਬਾਰ-ਬਾਰ, ਫਿਰ ਪਾਣੀ ਆਪੇ ਪ੍ਰਗਟ ਕਰ ਲਵੋ। ਜਦੋਂ ਬਾਬਾ ਤੀਜੀ ਵਾਰ ਮਰਦਾਨਾ ਸਾਹਿਬ ਗੁਰੂ ਨਾਨਕ ਸਾਹਿਬ ਕੋਲ ਵਾਪਸ ਆਇਆ ਨਾ, ਬਾਬੇ ਮਰਦਾਨੇ ਨੇ ਸ਼ਬਦ ਵਰਤੇ, ਮਹਾਰਾਜ ਅੱਤ ਦਾ ਅਹੰਕਾਰੀ ਹੈ, ਤੇ ਉਹ ਇੱਥੋਂ ਤੱਕ ਸ਼ਬਦ ਵਰਤਦਾ ਹੈ ਵੀ ਇੰਨੀ ਰੱਬੀ ਪੁਰਸ਼ ਨੇ ਤੇ ਆਪ ਪਾਣੀ ਪ੍ਰਗਟ ਕਰ ਲੈਣ। ਬੇਅੰਤ ਸੰਗਤਾਂ ਬੈਠੀਆਂ ਸਨ। ਗੁਰੂ ਨਾਨਕ ਸਾਹਿਬ ਨੇ ਬਚਨ ਆਖਿਆ, ਕਹਿਣ ਲੱਗੇ, ਮਰਦਾਨਿਆਂ, ਜਦੋਂ ਕੋਈ ਅਹੰਕਾਰ ਵਿੱਚ ਮਸਤ ਹੋ ਜਾਏ ਨਾ, ਉਹਨੂੰ ਬੜੇ ਵਾਰੀ ਇਹੋ ਜਿਹਾ ਝੱਲਪੁਣਾ ਕਮਲਪੁਣਾ ਲੱਗਦਾ, ਉਹਨੂੰ ਆਪੇ ਦੀ ਵੀ ਗਿਆਤ ਨਹੀਂ ਰਹਿੰਦੀ। ਤੇ ਕੋਈ ਗੱਲ ਨਹੀਂ, ਤੇ ਰੱਬੀ ਦਾਤ ਹੈ, ਜੇ ਨਹੀਂ ਪਾਣੀ ਦਿੰਦਾ ਤੂੰ ਰਬਾਬ ਵਜਾ। ਨਾਲ ਸੰਗਤਾਂ ਨੂੰ ਬਚਨ ਆਖਿਆ, ਆਪਾਂ ਰਲ ਮਿਲ ਕੇ ਪਰਮਾਤਮਾ ਦੀ ਸਿਫਤ ਕਰਨੀ ਹੈ। ਉਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਬਾ ਮਰਦਾਨਾ ਸਾਹਿਬ ਰਬਾਬ ਵਜਾਉਂਦਾ ਹੈ, ਕੀਰਤਨ ਕਰਦੇ ਆ, ਰੱਬੀ ਸਿਫਤ ਵਿੱਚ ਜੁੜਦੇ ਹੈ। ਕੁਝ ਘੜੀਆਂ ਬਾਅਦ ਸਾਹਿਬ ਨੇ ਬਚਨ ਆਖਿਆ, ਪੱਥਰ ਹਟਾਓ। ਇੱਕ ਪੱਥਰ ਹਟਾਇਆ, ਥੱਲੋਂ ਇੱਕ ਪਾਣੀ ਦਾ ਚਸ਼ਮਾ ਫੁੱਟ ਪਿਆ, ਬਹੁਤ ਮਿੱਠਾ ਪਾਣੀ ਪ੍ਰਵਾਹ ਚੱਲਿਆ। ਜਿਹੜਾ ਬਲੀ ਕੰਧਾਰੀ ਦਾ ਪਾਣੀ ਸੀ, ਉਹ ਪਾਣੀ ਸੁੱਕਦਾ ਜਾ ਰਿਹਾ ਹੈ, ਇਧਰ ਪਾਣੀ ਪ੍ਰਗਟ ਹੋ ਗਿਆ। ਜਦੋਂ ਉਹਦਾ ਕੁੰਡ ਪਾਣੀ ਵਾਲਾ ਖਾਲੀ ਹੋ ਗਿਆ ਬਲੀ ਕੰਧਾਰੀ ਦਾ, ਉਹਨੇ ਥੱਲੇ ਨਿਗਾਹ ਮਾਰੀ ਵੀ ਪਾਣੀ ਦਾ ਪ੍ਰਵਾਹ ਤੇ ਥੱਲੇ ਵਗਦਾ ਹੈ। ਅਹੰਕਾਰੀ ਸੀ, ਅਹੰਕਾਰ ਛੇਤੀ ਝੁਕਦਾ ਨਹੀਂ ਹੁੰਦਾ, ਅਹੰਕਾਰ ਐਸੀ ਬਿਮਾਰੀ ਹੈ। ਉਹਨੇ ਗੁਰੂ ਨਾਨਕ ਸਾਹਿਬ ਅੱਗੇ ਝੁਕਣ ਦੀ ਬਜਾਏ ਉੱਪਰੋਂ ਇੱਕ ਵੱਡਾ ਪੱਥਰ, ਬਹੁਤ ਵੱਡਾ ਪੱਥਰ ਨਾਲ ਆਪਣੇ ਸਾਥੀਆਂ ਨੂੰ ਲਾ ਲਵਾ ਕੇ ਤੇ ਆਪਣੇ ਭਾਣੇ ਗੁਰੂ ਨਾਨਕ ਸਾਹਿਬ ਤੇ ਪੱਥਰ ਰੋੜਦਾ ਵੀ ਇਹ ਜਿਹੜਾ ਪੱਥਰ ਹੈ ਤੇ ਇਹਨਾਂ ਨੂੰ ਜਾ ਕੇ ਮਾਰ ਮੁਕਾਏਗਾ। ਜਦੋਂ ਉਹ ਪੱਥਰ ਰੁੜਦਾ ਆ ਰਿਹਾ, ਉੱਤੋਂ ਬੜਾ ਵੱਡਾ ਪੱਥਰ ਹੈ, ਤੇ ਗੁਰੂ ਨਾਨਕ ਸਾਹਿਬ ਨੂੰ ਸਿੱਖਾ ਆਖਿਆ, ਸੰਗਤਾਂ, ਮਹਾਰਾਜ ਪੱਥਰ ਆ ਰਿਹਾ ਹੈ। ਹਜ਼ੂਰ ਤੇ ਪਰਮੇਸ਼ਵਰ ਨੇ, ਸਤਿਗੁਰੂ ਨੇ ਜਦੋਂ ਪੱਥਰ ਨੇੜੇ ਆਇਆ, ਆਪਣਾ ਮੁਬਾਰਕ ਦਸਤ, ਆਪਣਾ ਮੁਬਾਰਕ ਹੱਥ ਪੱਥਰ ਤੇ ਲਾਇਆ, ਪੱਥਰ ਰੁਕ ਗਿਆ। ਗੁਰੂ ਨਾਨਕ ਸਾਹਿਬ ਜੀ ਦਾ ਹੱਥ ਦਾ ਨਿਸ਼ਾਨ, ਜਿਹਨੂੰ ਪੰਜਾ ਸ਼ਬਦ ਵਰਤਨੇ ਆ, ਉਸੇ ਪੱਥਰ ਵਿੱਚ ਲੱਗ ਗਿਆ। ਅੱਜ ਵੀ ਸੰਗਤਾਂ ਉੱਥੇ ਦੀਦਾਰ ਕਰਕੇ ਉਸ ਪੰਜਾ ਸਾਹਿਬ ਦੇ ਅਸਥਾਨ ਤੇ ਨਮਸਕਾਰਾਂ ਕਰਦੀਆਂ। ਪੱਥਰ ਅੱਜ ਵੀ ਰੁਕਿਆ ਹੋਇਆ ਹੈ। ਇਹ ਰਹਿਮਤ ਗੁਰੂ ਨਾਨਕ ਸਾਹਿਬ ਨੇ ਜਦੋਂ ਵਰਤਾਈ, ਹੁਣ ਬਲੀ ਕੰਧਾਰੀ ਦਾ ਵਸ ਨਹੀਂ ਚੱਲਿਆ, ਹੋਰ ਕੀ ਕਰ ਸਕਦਾ ਸੀ। ਆਪਣੇ ਅੰਦਰ ਦੇ ਅਹੰਕਾਰ ਨੂੰ ਲਾ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਇਆ। ਸਤਿਗੁਰੂ ਨੇ ਇਹਨੂੰ ਇੱਕ ਗੱਲ ਸਮਝਾਈ, ਭਲਿਆ ਤੂੰ ਆਪਣਾ ਆਪ ਰੱਬੀ ਮਾਰਗ ਤੋਂ ਤੋੜ ਕੇ ਕਿਉਂ ਬਰਬਾਦ ਕਰੀ ਜਾ ਰਿਹਾ ਹੈ। ਇਹ ਪਾਣੀ ਤੇ ਕੁਦਰਤ ਦੀ ਦਾਤ ਹੈ, ਨਾ ਤੇ ਤੂੰ ਲੈ ਕੇ ਇਹਨੂੰ ਜੰਮਿਆ, ਤੇ ਤੂੰ ਕੁਦਰਤੀ ਸੋਮੇ ਤੇ ਕੁਦਰਤੀ ਦਾਤ ਤੇ ਕਾਬਜ ਹੋ ਕੇ ਤੇ ਲੋਕਾਂ ਨੂੰ ਇਵੇਂ ਸਤਾਉਣਾ ਹੈ। ਉਦੋਂ ਬਲੀ ਕੰਧਾਰੀ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਰੱਬੀ ਉਪਦੇਸ਼ ਲੈ ਕੇ ਭੁੱਲ ਬਖਸ਼ਾ ਕੇ ਇਹ ਵੀ ਧਰਮੀ ਪੁਰਸ਼ ਬਣ ਗਿਆ ਸੀ। ਇਹ ਰਹਿਮਤ ਵਰਤਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਅਗਾਂਹ ਇੱਕ ਅਸਥਾਨ ਹੋ ਰਿਹਾ ਹੈ। ਇਹ ਰੋਹਤਾਸ ਮੇਰੀ ਮਹਾਰਾਜ ਗਏ ਸਨ। ਗੁਜਰਾਤ ਦੇ ਲਾਗੇ ਇੱਕ ਡੀਂਗਾ ਪਿੰਡ ਪੈਂਦਾ ਹੈ, ਪਿੰਡ ਡੀਂਗਾ। ਮਹਾਰਾਜ ਜਦੋਂ ਇੱਥੇ ਆਏ ਸਨ ਤਾਂ ਇੱਥੇ ਇੱਕ ਨਗਾਰਚੀ ਢੋਲ ਵਜਾਉਣ ਵਾਲਾ ਬੜੀ ਉੱਚੀ ਢੋਲ ਵਜਾ ਰਿਹਾ ਹੈ। ਲੋਕਾਂ ਵਿੱਚ ਇੱਕ ਗੱਲ ਕਹਿ ਰਿਹਾ ਹੈ
कि परसों रोज चलीहा कट के फकीर ने बाहर निकलना है। जब गुरु नानक साहब आए तो साहब ने उन्होंने रोक के एक शब्द पूछया, कह लगे की काम करना है? कह लग्या सतगुरु इत्थे एक फकीर है, हर साल बाद वो 40 दिन चलीहा कटदा, धरती विच भोरे विच वड़ के डूंघे थां, खांदा पींदा कुछ नहीं है। ते उन्हें मैनू आख्या हुंदा भी जदों 40वें दिन पूरा होने वाला होवे तू एक दिन पहला नगारा बजा के ढोल बजा के लोकां नूं ये सुनेहा लाजमी फकीर बाहर निकलना है। ते फिर बड़े लोग पिटावा लैके आउंदे उन्होंने नमस्कार करते हैं। गुरु नानक साहब कहन लगे तू मेरी मन, जिन्नी माया तेनू ओने देनी है दुगनी माया लै लवी, पर तू ढोल ना बजा, लोकां नूं सुनेहा ना ला। कहन लग्या सत बचन महाराज। हुण जदों 40वां दिन पूरा होया, ये डींगा पिंड की गल है गुजरात के लागे, वो अपने फकीर बाहर निकलिया जिहड़ा अपने आप नूं पीर कहाउंदा है। अगे हर साल बाहर निकलदा सी, लखां लोकां दा इकट्ठ हुंदा सी। अज बाहर निकलिया ते केवल गुरु नानक साहब ने नाल बाबा मरदाना जी ने। बाहर निकल के वेख्या भी कोई भी नहीं है जिहड़ा मेरे लिए पेटा लैके मैनू नमस्कार करने वास्ते खलोता होवे। गश खा के डिग पिया धरती ते। गुरु नानक साहब ने ढोलची नूं बुलाया, कह लगे हुण नगारा बजा, भी फकीर बाहर निकल आया, लोकां दा इकट्ठ होया। उदों गुरु नानक साहब नूं लोकां ने शब्द आखे, कहन लगे सतगुरु ये बड़ा पुग्या होया फकीर है, ये 40 दिन कुछ खांदा पींदा नहीं। गुरु नानक साहब कहन लगे तुहानूं पता नहीं, नित खांदा है, एक भी दिन नहीं है भी ना खांदा होवे। कहन लगे महाराज साडे सामने अंदर जांदा कोई पदार्थ ते ले जांदा ही नहीं। सतगुरु कहन लगे ये हौमे दी खुराक खांदा है, अहंकार दी खुराक खांदा है। 40 दिन अपने शरीर नूं तसीहे दे के भुखियां रख के ये अंदर चलिया जांदा है। पूरा साल लोकां नूं फिर धर्म दे नाम ते मत्थे टिकाउंदा है। इहनूं अहंकार बड़ा इस गल दा। भोजन त्याग के कोई धर्म ही नहीं बन सकता। गुरु नानक साहब ने समझाया, वो फकीर नूं भी समझाया। कहन लगे भलिया भोजन का त्याग करके कोई धर्मी नहीं बन सकता। धर्मी तो वह है अपनी किरत करता होवे, करतार चेता होवे ते वंड छकण की भावना होवे। सतगुरु ने इत्थे भी रब्बी उपदेश बख्शिश किया। इथों फिर रहमतां बरता के सतगुरु बेअंत थावां तो हुंदियां हुंदियां तलवंडी की धरती ते पहुंचदी है। राय भोए की तलवंडी, इत्थे अपने परिवार ते बेअंत संगतां नूं मिलदे है। इथों महाराज करतारपुर साहिब जाणगे। ये तीजी उदासी है गुरु नानक साहब महाराज जी की। मनुखता का भला करदियां रहमतां बरताइयां। अगली जिहड़ी लड़ी है वो आपां एक चौथी उदासी भी है। कई विद्वानां उन्होंने नहीं भी लिखिया, उदासी करके नहीं आखिया, पर वो जिहड़ी चौथी उदासी है वो अचल बटाले पंजाब की धरती ते महाराज ने किरपा बरताई है। ते करतारपुर साहब अखीरले 18 साल बतीत कीते है। वो लड़ी आपां कल रोज विचारांगे। इन्नियां कोई बेनतियां प्रवान करियो। भुल चुक दी खिमा। वाहिगुरू जी का खालसा, वाहिगुरू जी की फतेह। राम कली महल